ਸ਼ਲੋਕ ਮਹਿਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੈ ਪੁਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੈ ਹਾਜ਼ਰਾ ਹਜ਼ੂਰ ਵੇਖ ਵਿਡਾਨ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਵਿੱਤਰ ਆਸਾ ਕੀ ਵਾਰ ਬਾਣੀ ਦਾ ਇਹ ਤੀਜਾ ਸ਼ਲੋਕ ਹੈ। ਕਿਉਂਕਿ ਸ਼ਲੋਕ ਲੰਬਾ ਹੈ, ਇਸ ਲਈ ਇਸ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਕੇ ਕਰਨ ਲਈ ਮਜਬੂਰ ਹਾਂ। ਜਲਦੀ ਨਾਲ ਵੀ ਕੀਤਾ ਜਾ ਸਕਦਾ ਹੈ, ਪਰ ਉਹ ਆਨੰਦ ਨਹੀਂ ਆਵੇਗਾ। ਵਿਸਮਾਦ ਅੱਖਰ ਹੀ ਆਪਣੇ ਆਪ ਵਿੱਚ ਬੜਾ ਰੌਚਕ ਹੈ। ਧਿਆਨ ਮੰਗਦਾ ਹੈ ਕਿ ਵਿਸਮਾਦ ਕਿਸ ਨੂੰ ਕਿਹਾ ਜਾਂਦਾ। ਸੰਸਕ੍ਰਿਤ ਪੁਸਤਕਾਂ ਵਿੱਚ ਸਧਾਰਨ ਤੌਰ ਤੇ ਕਾਵਿਆ ਦੇ 8 ਰਸ ਵਲਵਲਾ ਤਰੰਗ ਗਿਣੇ ਗਏ ਹਨ, ਜਿਨ੍ਹਾਂ ਵਿੱਚ ਸ਼ਿੰਗਾਰ ਰਸ ਹੈ, ਹਾਸਿਆ ਰਸ ਹੈ, ਕਰੁਣਾ ਰਸ ਹੈ, ਰੌਦਰ ਰਸ ਹੈ, ਵੀਰ ਰਸ ਹੈ ਤਥਾ ਭਿਆਨਕ ਬੀਭਤ ਅਤੇ ਅਦਭੁਤ। ਇਹ 8 ਰਸ ਮੰਨੇ ਗਏ ਹਨ। ਕਈ ਵਾਰੀ ਸ਼ਾਂਤ ਰਸ ਰਲਾ ਕੇ ਕੁੱਲ 9 ਰਸ ਵੀ ਮਿਥੇ ਜਾਂਦੇ। ਤੋ ਕਹਿਣ ਦਾ ਮਤਲਬ ਉਹਨਾਂ ਰਸਾਂ ਵਿੱਚੋਂ ਇੱਕ ਰਸ ਜਿਹਨੂੰ ਅਦਭੁਤ ਰਸ ਕਹਿੰਦੇ ਨੇ, ਤੇ ਅਦਭੁਤ ਦੇ ਅੱਖਰੀ ਅਰਥ ਨੇ ਅਸਚਰਜਤਾ, ਹੈਰਾਨਗੀ। ਕੁਦਰਤ ਦੇ ਬੇਅੰਤ ਰੰਗਾ ਰੰਗ ਦੇ ਪਦਾਰਥਾਂ ਨੂੰ ਵੇਖ ਕੇ ਮਨੁੱਖ ਦੇ ਮਨ ਵਿੱਚ ਕੁਦਰਤੀ ਹੈਰਾਨਗੀ ਪੈਦਾ ਹੁੰਦੀ, ਜਿਸ ਤੋਂ ਅਦਭੁਤ ਰਸ ਉਤਪੰਨ ਹੁੰਦਾ। ਕੁਦਰਤ ਦੇ ਬੇਅੰਤ ਪਦਾਰਥਾਂ ਨੂੰ ਵੇਖ ਕੇ, ਜਿਨ੍ਹਾਂ ਨੂੰ ਵੇਖ ਕੇ ਮਨੁੱਖ ਦੀ ਅਕਲ ਚਕਰਿਤ ਜਿਹੀ ਹੋ ਜਾਏ, ਜਿਨ੍ਹਾਂ ਤੋਂ ਕਾਦਰ ਦੀ ਕਾਰੀਗਰੀ ਦਾ ਕਮਾਲ ਪ੍ਰਗਟ ਹੋਵੇ, ਮਨੁੱਖ ਦੇ ਮਨ ਵਿੱਚ ਇੱਕ ਥਰਰਾਹਟ ਜਿਹੀ, ਇੱਕ ਕਾਂਬਾ ਜਿਹਾ ਆ ਜਾਂਦਾ ਹੈ। ਇਸ ਥਰਰਾਹਟ, ਇਸ ਕਾਂਬੇ ਨੂੰ, ਇਸ ਅਸਚਰਜਤਾ ਨੂੰ ਵਿਸਮਾਦ ਕਿਹਾ ਜਾਂਦਾ। ਹੁਣ ਲੋੜ ਹੈ ਧਿਆਨ ਦੇਣ ਦੀ। ਜਿਹੜੇ ਬੰਦੇ ਨਸ਼ੇ ਖਾ ਕੇ ਸੌਂ ਜਾਂਦੇ ਨੇ, ਉਹਨਾਂ ਦਾ ਧਿਆਨ ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ।
ਗੱਲ ਤਾਂ ਇਹ ਹੈ ਕਿ ਜਿਹੜੇ ਉਸ ਕਾਦਰ ਦੀ ਕੁਦਰਤ ਨੂੰ ਔਰ ਕੁਦਰਤ ਦੇ ਰੰਗਾਂ ਨੂੰ ਥੋੜ੍ਹਾ ਜਿਹਾ ਵੀ ਧਿਆਨ ਨਾਲ ਵੇਖਦੇ ਨੇ, ਉਹਨਾਂ ਨੂੰ ਅਸਚਰਜਤਾ ਮਹਿਸੂਸ ਹੋਵੇ। ਅਤੇ ਉਹ ਜਿਹੜੀ ਅਦਭੁਤ ਰਸ ਵਾਲੀ ਅਵਸਥਾ ਹੈ, ਜਿਹੜੀ ਥਰਰਾਹਟ ਵਾਲੀ ਅਵਸਥਾ ਹੈ, ਉਹ ਕੁਦਰਤੀ ਪੈਦਾ ਹੋ ਜਾਂਦੀ। ਪਰ ਧੰਨ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਉਸ ਮਾਲਕ ਦੀ ਕੁਦਰਤ ਨੂੰ ਬੜੇ ਧਿਆਨ ਨਾਲ ਦੇਖਿਆ ਅਤੇ ਵਜਦ ਵਿੱਚ ਆ ਕੇ ਫਰਮਾਇਆ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ, ਰਹਾਉ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਉ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਲਓ ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਸਾਨੂੰ ਉਸ ਦੀ ਇੱਕ ਝਲਕ ਦਿਖਾਉਂਦੇ ਹਨ, ਕਿਉਂਕਿ ਹਰ ਪੰਗਤੀ ਦੇ ਨਾਲ ਵਿਸਮਾਦ ਅੱਖਰ ਆਉਣਾ ਅਤੇ ਇਹਦੇ ਅਰਥ ਆਪਾਂ ਨੇ ਵਿਸਥਾਰ ਨਾਲ ਕਰ ਰਹੇ ਭਈ ਜਿਸ ਚੀਜ਼ ਨੂੰ ਵੇਖ ਕੇ, ਜਿਸ ਨੂੰ ਸੁਣ ਕੇ ਬੰਦੇ ਨੂੰ ਅਸਚਰਜਤਾ ਹੋ ਜਾਏ, ਉਹਨੂੰ ਵਿਸਮਾਦ ਕਹਿੰਦੇ। ਤਾਂ ਪਹਿਲੀ ਅੱਖਰ ਹੈ ਵਿਸਮਾਦ ਨਾਦ। ਨਾਦ ਕਹਿੰਦੇ ਨੇ ਆਵਾਜ਼ ਨੂੰ, ਨਾਗ ਕਹਿੰਦੇ ਨੇ ਰਾਗ ਨੂੰ। ਕਿਤਨੀ ਤਰ੍ਹਾਂ ਦੇ ਰਾਗ ਹਨ, ਕਿਤਨੀ ਤਰ੍ਹਾਂ ਦੀਆਂ ਆਵਾਜ਼ਾਂ ਹਨ। ਜਿਤਨੇ ਪੰਛੀ ਹਨ, ਜਿਤਨੇ ਜਾਨਵਰ ਹਨ, ਸਭਨਾਂ ਦੀਆਂ ਆਵਾਜ਼ਾਂ ਵੱਖਰੀਆਂ ਹਨ। ਤੋ ਗੱਲ ਕੀ, ਇਹ ਕੁਦਰਤ ਦਾ ਇੱਕ ਕਮਾਲ ਕ੍ਰਿਸ਼ਮਾ ਹੈ ਕਿ ਕਿਤਨੀਆਂ ਆਵਾਜ਼ਾਂ ਹਨ, ਗਿਣੀਆਂ ਨਹੀਂ ਜਾ ਸਕਦੀਆਂ। ਅਸੀਂ ਸੁਣ ਕੇ ਹੈਰਾਨ ਹੋ ਜਾਂਦੇ। ਵਿਸਮਾਦ ਨਾਦ, ਵਿਸਮਾਦ ਵੇਦ। ਹੁਣ ਅੱਗੇ ਹਿੰਦੂ ਮਤ ਦੇ 4 ਧਰਮ ਗ੍ਰੰਥ ਜਿਨ੍ਹਾਂ ਨੂੰ ਵੇਦ ਕਿਹਾ ਜਾਂਦਾ, ਉਹਨਾਂ ਵਿੱਚ ਲੱਖਾਂ ਹੀ ਮੰਤਰ ਹਨ ਔਰ ਉਹਨਾਂ ਮੰਤਰਾਂ ਦੇ ਵੱਖ-ਵੱਖ ਅਰਥ ਹਨ। ਜਿਉਂ-ਜਿਉਂ ਪੜ੍ਹੀ ਜਾਓਗੇ ਹੈਰਾਨ ਹੋ ਜਾਏ। ਵਿਸਮਾਦ ਜੀ, ਹੁਣ ਇਹ ਦੱਸਿਆ ਸੀ ਪਹਿਲਾਂ ਵੀ ਕਿ ਜੇ ਜੀ ਜੱਜੇ ਨੂੰ ਜੀ ਬਿਹਾਰੀ ਹੋਵੇ, ਉਹ ਆਦਰਵਾਚੀ ਹੈ। ਆਓ ਜੀ, ਸ਼੍ਰੀਮਾਨ ਜੀ। ਪਰ ਇਹ ਜਿਹੜਾ ਜੀ ਹੈ, ਜੱਜੇ ਨੂੰ ਜੀ ਬਿਹਾਰਾ ਐੜਾ, ਇਹ ਜੀ ਹੈ, ਜੀ ਜੰਤ ਵਾਸਤੇ। ਅਤੇ ਪਰਮਾਤਮਾ ਦੀ ਇਸ ਬੇਅੰਤ ਰਚਨਾ ਦੇ ਅੰਦਰ ਕਿਤਨੇ ਜੀਵ ਹਨ, ਕੋਈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਤੋ ਮਹਾਰਾਜ ਕਹਿੰਦੇ ਨੇ ਉਸ ਅਕਾਲ ਪੁਰਖ ਦੀ ਜਿਹੜੀ ਕੁਦਰਤ ਹੈ, ਉਹਦੇ ਕਿਸੇ ਵੀ ਪੱਖ ਨੂੰ ਦੇਖੋ ਤੁਸੀਂ ਅਸਚਰਜ ਹੋ ਜਾਓ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਭੇਦ ਦਾ ਮਤਲਬ ਹੈ ਉਹਨਾਂ ਦਾ ਵੱਖਰੇਵਾਂ, ਉਹਨਾਂ ਦੇ ਵੱਖਰੇ ਵੱਖਰੇ ਰੂਪ, ਵੱਖਰੇ ਰੰਗ। ਹੁਣ ਪਰਮਾਤਮਾ ਦੀ ਰਚਨਾ ਵਿੱਚੋਂ 42 ਲੱਖ ਜੀਵ ਪਾਣੀ ਵਿੱਚ। ਪਹਿਲੀ ਗੱਲ ਤਾਂ ਅਸੀਂ ਉਹਨਾਂ ਸਾਰੇ ਜੀਵਾਂ ਨੂੰ ਦੇਖ ਨਹੀਂ ਸਕਦੇ, ਫਿਰ ਉਹਨਾਂ ਦੀ ਬਣਤਰ ਨਹੀਂ ਦੇਖ ਸਕਦੇ। ਤਾਂ ਇਹ ਵੀ ਇੱਕ ਬੜੀ ਅਸਚਰਜ ਬਾਤ। ਉਹ ਜੀਵ ਹੀ ਅਸਚਰਜ ਨੇ, ਉਹਨਾਂ ਦੇ ਭੇਦ, ਉਹਨਾਂ ਦੀ ਭਿੰਨਤਾ, ਉਹਨਾਂ ਦਾ ਵੱਖਰਾਪਨ ਵੀ ਹੈਰਾਨ ਕਰਦੇ ਨੇ। ਵਿਸਮਾਦ ਰੂਪ, ਕਿਤਨੇ ਰੂਪ ਹਨ, ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਵਿਸਮਾਦ ਰੰਗ, ਕਿਤਨੇ ਰੰਗ ਹਨ। ਠੀਕ ਹੈ, ਅੱਜ ਮਨੁੱਖ ਨੇ ਕਈ ਤਰ੍ਹਾਂ ਦੇ ਕੈਮੀਕਲਾਂ ਨਾਲ ਕਈ ਰੰਗ ਬਣਾ ਲਏ, ਪਰ ਜੋ ਰੰਗ ਕੁਦਰਤ ਦੇ ਨੇ ਉਹਨਾਂ ਦਾ ਕੋਈ ਮੁਕਾਬਲਾ ਨਹੀਂ। ਉਹੋ ਜਿਹੇ ਰੰਗ ਕੋਈ ਨਹੀਂ ਬਣਾ ਸਕਦਾ।
ਫੁੱਲਾਂ ਵੱਲ ਵੇਖੋ, ਫੁੱਲਾਂ ਦੇ ਰੰਗਾਂ ਵੱਲ ਦੇਖੋ, ਫੁੱਲਾਂ ਦੀਆਂ ਪੱਤੀਆਂ ਵੱਲ ਦੇਖੋ, ਉਹਨਾਂ ਫੁੱਲਾਂ 'ਤੇ ਬੈਠੀ ਹੋਈ ਤਿਤਲੀ ਵੱਲ ਵੇਖੋ, ਤਿਤਲੀ ਦੇ ਖੰਭਾਂ ਵੱਲ ਵੇਖੋ, ਖੰਭਾਂ ਦੇ ਰੰਗ ਦੇਖੋ। ਤੁਹਾਨੂੰ ਕੀ ਕਹਿਣਾ ਪਵੇਗਾ? ਵਾਹ 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 ਵਾਹ, ਇਹ ਸਭ ਵਿਸਮਾਦ ਹੈ। ਤੋ ਮੇਰੇ ਪਾਤਸ਼ਾਹ ਸਾਨੂੰ ਉਸ ਅਕਾਲ ਪੁਰਖ ਦੀ ਇਸ ਮਹਾਨ ਰਚਨਾ ਦੇ ਵੱਲ ਧਿਆਨ ਦਿਵਾਉਂਦੇ ਹਨ। ਵਿਸਮਾਦ ਨੰਗੇ ਫਿਰੈ ਜੰਤ। ਹੁਣ ਇੱਥੇ ਜੰਤ ਦਾ ਤੱਤਾ ਮੁਕਤਾ ਹੈ, ਇਹ ਬਹੁਵਚਨ ਦਾ ਸੂਚਕ। ਕਿਤਨੇ ਜੰਤ ਹਨ ਜਿਹੜੇ ਨੰਗੇ ਹੀ ਫਿਰਦੇ ਹਨ। ਦੇਖੋ, ਜਿਤਨੇ ਜੰਗਲ ਵਿੱਚ ਰਹਿਣ ਵਾਲੇ ਜਾਨਵਰ ਨੇ, ਉਹਨਾਂ ਨੂੰ ਕਿਸੇ ਨੇ ਕਦੇ ਕੱਛੀਆਂ ਨਹੀਂ ਪਵਾਈਆਂ, ਕਦੇ ਕਿਸੇ ਨੇ ਉਹਨਾਂ ਨੂੰ ਕਮੀਜ਼ ਨਹੀਂ ਪਵਾਈ, ਉਹ ਨੰਗੇ ਹੀ ਫਿਰਦੇ। ਇਹ ਮੇਰੇ ਉਸ ਪਰਮਾਤਮਾ ਦੀ ਬੇਅੰਤ ਰਚਨਾ ਹੈ। ਵਿਸਮਾਦ ਪਾਉਣ। ਹੁਣ ਪਾਉਣ ਅੱਖਰ ਤੇ ਇੱਕੋ ਹੀ ਹੈ, ਜਿਹਦਾ ਅਰਥ ਹੈ ਹਵਾ। ਪਰ ਹਵਾ ਕਿਤਨੀ ਤਰ੍ਹਾਂ ਦੀ, ਕਿਧਰੇ ਠੰਡੀ ਹੈ, ਕਿਧਰੇ ਤੱਤੀ ਹੈ, ਕਿਧਰੇ ਸਿੱਲੀ ਹੈ, ਕਿਧਰੇ ਖੁਸ਼ਕ ਹੈ। ਕਈ ਤਰ੍ਹਾਂ ਦੀ ਹਵਾ ਹੈ। ਮਾੜਾ ਜਿਹਾ ਹਿਲ ਸਟੇਸ਼ਨ ਤੇ ਚਲੇ ਜਾਓ, ਉੱਥੇ ਠੰਡੀ ਹਵਾ ਲੱਗਦੀ। ਰਾਜਸਥਾਨ ਚਲੇ ਜਾਓ, ਰੇਤਲੇ ਇਲਾਕੇ ਵਿੱਚ, ਉੱਥੇ ਲੂ ਚੱਲਦੀ ਹੈ। ਹਵਾ ਹੀ, ਪਰ ਹਵਾ ਕਿਤਨੇ ਰੂਪਾਂ ਵਿੱਚ ਹੈ, ਕੌਣ ਦੱਸ। ਵਿਸਮਾਦ ਪਾਣੀ। ਇਸੇ ਤਰ੍ਹਾਂ ਪਾਣੀ ਤੇ ਇੱਕ ਹੈ, ਪਰ ਪਾਣੀ ਦੇ ਰੂਪ ਕਿਤਨੇ ਵੱਖਰੇ। ਕਿਧਰੇ ਪਾਣੀ ਮਿੱਠਾ ਹੈ, ਕਿਧਰੇ ਖਾਰਾ, ਕਿਧਰੇ ਹੌਲਾ ਹੈ, ਕਿਧਰੇ ਭਾਰਾ। ਕਹਿਣ ਦਾ ਮਤਲਬ ਪਰਮਾਤਮਾ ਦੀ ਇੱਕ ਇੱਕ ਚੀਜ਼ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਤੱਕਿਆ ਤੇ ਆਖਿਆ ਵਿਸਮਾਦ ਹੈ, ਵਿਸਮਾਦ ਹੈ। ਵਿਸਮਾਦ ਅਗਨੀ ਖੇਡਾਂ ਵਿਡਾਣੀ। ਹੁਣ ਅਗਨੀ ਵੀ ਕਹਿਣ ਨੂੰ ਇੱਕ ਹੈ, ਪਰ ਇਹਦੀਆਂ 4 ਕਿਸਮਾਂ ਸਾਡੇ ਸਮਝਾਉਣ ਲਈ ਕਹੀਆਂ ਗਈਆਂ। ਇੱਕ ਬੜਵਾ ਨਲ ਅਗਨੀ ਹੈ, ਇੱਕ ਡੌਂ ਅਗਨੀ ਹੈ, ਇੱਕ ਜਠਰ ਅਗਨੀ ਹੈ, ਇੱਕ ਪ੍ਰਤਕਸ਼ ਅਗਨੀ ਹੈ। ਅੱਗ ਹੀ ਬੜਵਾ ਨਲ ਅਗਨੀ ਜਿਹੜੀ ਸਮੁੰਦਰ ਵਿੱਚ ਜਵਾਰ ਭਾਟਾ ਆਉਂਦੀ, ਜਿਤਨਾ ਦਿਨ ਰਾਤ ਸਮੁੰਦਰ ਵਿੱਚ ਨਦੀਆਂ ਨਾਲਿਆਂ ਦਾ ਪਾਣੀ ਪੈ ਰਿਹਾ, ਉਹਨੂੰ ਕੰਟਰੋਲ ਵਿੱਚ ਰੱਖਣ ਵਾਸਤੇ ਕੁਦਰਤ ਨੇ ਜਵਾਰ ਭਾਟਾ ਬਣਾਈ, ਬੜਵਾ ਨਲ ਅਗਨੀ ਬਣਾਈ। ਇਸੇ ਤਰ੍ਹਾਂ ਡੌਂ ਅਗਨੀ, ਇਹਨੂੰ ਜੰਗਲ ਦੀ ਅੱਗ ਕਹਿੰਦੇ। ਇਹ ਬੜੀ ਭਿਆਨਕ ਹੁੰਦੀ ਜਦੋਂ ਹਵਾ ਹਨੇਰੀ ਦੇ ਨਾਲ, ਖਾਸ ਕਰਕੇ ਜਿੱਥੇ ਬਾਂਸਾਂ ਦੇ ਜੰਗਲ ਹੋਣ, ਉਹ ਆਪਸ ਵਿੱਚ ਕਸਰ ਜਾਂਦੇ ਨੇ, ਅੱਗ ਪੈਦਾ ਹੋ ਜਾਂਦੀ। ਇਹ ਅੱਗ ਬੜੀ ਭਿਆਨਕ ਹੈ। ਇਹਨੂੰ ਸੈਂਕੜੇ ਹਜ਼ਾਰਾਂ ਫਾਇਰ ਬ੍ਰਿਗੇਡ ਵੀ ਨਹੀਂ ਬੁਝਾ ਸਕਦੀ। ਇਹ ਤਾਂ ਕੁਦਰਤ ਵੱਲੋਂ ਹੀ ਵਰਖਾ ਹੋ ਜਾਏ ਤੇ ਉਹਦਾ ਪ੍ਰਬੰਧ। ਇਸੇ ਤਰ੍ਹਾਂ ਜਠਰ ਅਗਨੀ, ਹਰ ਜੀਵ ਦੇ ਪੇਟ ਵਿੱਚ ਇਹ ਅੱਗ ਹੈ। ਜੋ ਕੁਝ ਜੀਵ ਖਾਂਦਾ ਹੈ ਸਭ ਭਸਮ ਕਰ। ਹੁਣ ਵਿਸਮਾਦ ਅਗਨੀ, ਬੜਵਾ ਨਲ ਅਗਨੀ, ਡੌਂ ਅਗਨੀ, ਜਠਰ ਅਗਨੀ ਤੇ ਪ੍ਰਤਕਸ਼ ਅਗਨੀ, ਜਿਹੜੀ ਅਸੀਂ ਚੁੱਲ੍ਹੇ ਵਿੱਚ ਬਾਲ ਕੇ ਭੋਜਨ ਤਿਆਰ ਕਰਦੇ। ਇਸ ਤੋਂ ਇਲਾਵਾ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ ਤੇ ਹੋਰ ਵੀ ਬੜੀਆਂ ਅੱਗਾਂ ਨੇ। ਹੰਸ, ਹੇਤ, ਲੋਭ, ਕੋਪ, 4 ਨਦੀਆਂ ਅੱਗ। ਈਰਖਾ ਵੀ ਅੱਗ ਹੈ, ਤ੍ਰਿਸ਼ਨਾ ਵੀ ਅੱਗ ਹੈ, ਗਿਣੀ ਨਹੀਂ ਜਾ ਸਕਦੀ। ਮਤਲਬ ਕਿਤਨੀਆਂ ਅਗਨੀਆਂ ਹਨ ਤੇ ਕਿਤਨੇ ਉਹਨਾਂ ਦੇ ਕੰਮ ਹਨ। ਇਹ ਵਿਸਮਾਦ ਕਰਦੇ ਹਨ। ਖੇਡਾਂ ਵਿਡਾਣੀ, ਵਿਡਾਉਣ ਦਾ ਮਤਲਬ ਹੁੰਦਾ ਅਸਚਰਜ ਖੇਡਾਂ ਖੇਡਦੇ। ਤੋ ਜੇ ਅਸੀਂ ਧਿਆਨ ਨਾਲ ਉਸ ਕਾਦਰ ਦੀ ਕੁਦਰਤ ਨੂੰ ਵੇਖਣ ਦੀ ਆਦਤ ਬਣਾਈਏ ਤਾਂ ਸਾਡੇ ਮੂੰਹੋਂ ਸਹਿਜ ਸੁਭਾਏ ਨਿਕਲੇਗਾ ਕਿ ਹੈਰਾਨ ਹੈ, ਵਿਸਮਾਦ ਹੈ, ਕਮਾਲ ਹੈ।
आश्चर्य। विस्माद धरती विस्माद खाणी। हुण धरती ते एक कही गई, पर धरती के कितने रंग हैं। किधरे काली मिट्टी है, किधरे चीकनी मिट्टी है, किधरे रेतली मिट्टी है, किधरे लाल मिट्टी है। कितनी तरह की धरतियां का ही कोई अंत नहीं। हाँ, जदों असी कुदरत की इस रचना नूं थोड़ा ध्यान ला के वेखांगे ते साडे मूँहों सहज सुभाए वाह 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 निकले। विस्माद खाणी। हुण साडी नॉलेज वास्ते सियाणियां ने 4 खाणियां बनिया हैं। अंडज, जेरज, सेतज, उत्पुज। अंडे तो जा वखरा करो, अंडे तो जन्म लैण वाली। जेर तो जेरज, जेर तो जन्म लैण वाली। सेतज, पसीने तो जन्म लैण वाली। उत्पुज, जितनी वनस्पति है वो सारी उत्पज विच आउंदी। ये 4 खाणियां हैं। इस तो इलावा होर पता नहीं कितनी है। तो असी आश्चर्य हो जाते। गुरु नानक पातशाह कहते भाई, उस परमात्मा की बनाई हुई धरती, उस परमात्मा दियां बनाइयां खाणियां, ये सब आश्चर्य। विस्माद साध लगे पराणी। हुण देखो, साध दे दद्दे नूं सियारी है। साध विच लगे हुए हैं प्राणी। किसी नूं कुछ चंगा लगता है, किसी नूं कुछ चंगा लगता। कोई आंदा मैं ये खा के खुश होना, कोई आंदा ये खा के खुश होना। स्वाद भी वख वख ने ते प्राणियां दी लगाओ भी वख वख। विस्माद संजोग विस्माद विजोग। संजोग का मतलब है मिलाप, विजोग का मतलब है विछोड़ा। ये भी आश्चर्य खेड है। किधरे बच्ची जन्म लेंदी है, पढ़ती है, जवान होंदी, किधरे उसका संजोग हो जाता। किधरे संजोग होंदा है, फिर किधरे विजोग भी हो जाता। जिस परिवार विच उन्हें जन्म लिया उत्थों विजोग हो गया, जिथे वो जुड़ गई उत्थे संजोग हो गया। विस्माद भुख विस्माद भोग। देखो, समय सिर भुख लगती, ये भी परमात्मा का एक आश्चर्य प्रबंध है कि मनुख कहता मैनू भुख लगी, जीव कहते मैनू भुख लगी। तो फिर उस भुख की निवृत्ति वास्ते कई तरह के भोग पदार्थ बनाए, उन्होंने भी कोई गिनती नहीं की। विस्माद सिफत विस्माद साला। कई विद्वाना ने अर्थ किए ने कलिया बह के उस परमात्मा की उस्तति की जाए उन्होंने सिफत कहते। ते जे बहुती संगत विच रल के उहदा कीर्तन किया जाए तो उन्होंने साला कहते। गल इको ही है कि ये परमात्मा की बेअंत रचना की कोई सिफत करे, कोई साला करे। विस्माद उजड़ विस्माद राह। हुण उजड़ शब्द जिहड़ा औजड़ तो बने, जिवें जंगल बियाबान विच रस्ता नहीं लभदा, उहनूं उजड़ औजड़े कहा जांदा। ते विस्माद राह, जिस रस्ते ते बंदा नक दी सीधे सुधिया तुरिया जाए उहनूं राह कहंदे। विस्माद नेड़े विस्माद दूर। कोई कहता परमात्मा बहुत नेड़े, कोई कहता परमात्मा बहुत दूर। हर एक दी वखरी वखरी सोच अते अप्रोच। कोई कहता परमात्मा बिल्कुल नेड़े। जिन्हां भगतां ने परमात्मा नूं हाजिर नाजिर जाना, वो तो कहते ने गौरवदास हाथ पैने रे। परमात्मा इतने नेड़े है जितना हाथ उत्ते रखी हुई चीज। पर कोई कहता नहीं, वो बड़ी दूर है।
ਤੇ ਕੋਈ ਇਹ ਵੀ ਕਹਿ ਰਿਹਾ ਵੀ ਸਮਾਦ ਦੇਖੈ ਹਾਜ਼ਰਾ ਹਜੂਰ। ਉਹ ਪਰਮਾਤਮਾ ਹਾਜ਼ਰ ਨਾਜ਼ਰ ਹੈ। ਹੁਣ ਹਰ ਇੱਕ ਦੀ ਵੱਖਰੀ ਵੱਖਰੀ ਸੋਚ, ਵੱਖਰੀ ਵੱਖਰੀ ਅਪਰੋਚ। ਅਸੀਂ ਕਿਸੇ ਨੂੰ ਗਲਤ ਨਹੀਂ ਕਹਿ ਰਹੇ, ਪਰ ਮਹਾਰਾਜ ਇਸ ਭਿੰਨਤਾ ਦਾ, ਇਸ ਵੱਖਰੇਪਨ ਦਾ ਇੱਕ ਨਕਸ਼ਾ ਖਿੱਚ ਕੇ ਸਮਝਾ ਰਹੇ। ਫਿਰ ਅਖੀਰ ਵਿੱਚ ਕਹਿੰਦੇ ਨੇ ਵੇਖ ਵਿਡਾਣ ਰਿਹਾ ਵਿਸਮਾਦ। ਉਸ ਪਰਮਾਤਮਾ ਦੀ ਇਸ ਅਸਚਰਜ ਖੇਡ ਨੂੰ ਵੇਖ ਕੇ ਬੰਦਾ ਹੈਰਾਨ ਹੋ ਜਾ। ਨਾਨਕ ਪੁੱਜਣ ਪੂਰੇ ਭਾਗ, ਜਿਹਦੇ ਬਹੁਤ ਉੱਤਮ ਕਰਮ ਹੋਣ, ਉਹ ਇਸ ਗੱਲ ਨੂੰ ਬੁੱਝ ਲੈਂਦਾ, ਜਾਣ ਲੈਂਦਾ। ਤੇ ਜਿਹੜਾ ਜਾਣ ਲੈਂਦਾ ਉਹ ਫਿਰ ਉਸ ਨੂੰ ਵਾਹ ਵਾਹ ਕਰਦਾ। ਸੌਂਦੇ ਵਾਹ ਵਾਹ ਉਚਰੇ, ਉੱਠਦੇ ਵੀ ਵਾਹ ਕਰੇ। ਨਾਨਕ ਤੇ ਮੁਖ ਉਜਲੇ, ਜੇ ਨਿਤ ਉੱਠ ਸੰਭਾਲੇ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਪਾਵਨ ਸ਼ਲੋਕ ਦੇ ਅੰਦਰ ਪਰਮਾਤਮਾ ਦੀ ਉਸ ਵਿਸਮਾਦ ਰਚਨਾ ਦੀ ਇੱਕ ਝਲਕ, ਇੱਕ ਤਸਵੀਰ ਸਾਨੂੰ ਦਿਖਾਈ ਹੈ। ਆਓ ਇਸ ਤੋਂ ਪ੍ਰੇਰਿਤ ਹੋ ਕੇ ਅਸੀਂ ਵੀ ਆਖੀਏ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।